ਅੱਜ ਦੀ ਇਸ ਵਾਰਤਾ ਦੇ ਦੋ ਹਿੱਸੇ ਰੱਖੇ ਗਏ ਨੇ। ਪਹਿਲੇ ਹਿੱਸੇ ਦੇ ਵਿੱਚ ਹੁਣ ਤੱਕ ਸ਼ਲੋਕਾਂ ਦੀ ਜਿਹੜੀ ਟੀਕਾਕਾਰੀ ਹੈ ਉਹਦੇ ਬਾਰੇ ਗੱਲ ਕੀਤੀ ਜਾਵੇਗੀ ਤੇ ਦੂਸਰੇ ਭਾਗ ਦੇ ਵਿੱਚ ਸ਼ਲੋਕਾਂ ਦੀ ਵਿਆਖਿਆ ਨਾਲ ਸੰਬੰਧਿਤ ਅਜੋਕੀਆਂ ਅੰਤਰਦ੍ਰਿਸ਼ਟੀਆਂ ਦੇ ਸੰਦਰਭ ਦੇ ਵਿੱਚ ਆਪਾਂ ਗੱਲ ਕਰਾਂਗੇ। ਤੇ ਜੇ ਮੈਂ ਗੱਲ ਕਰਾਂ ਕਿ ਜਿਹੜਾ ਸਾਡਾ ਅੱਜ ਦੀ ਇਸ ਵਾਰਤਾ ਹੈ ਇਹਦੇ ਮੁੱਖ ਆਬਜੈਕਟਿਵ ਜਿਹੜੇ ਹੋਣਗੇ, ਨੰਬਰ 1 ਕਿ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕਾਂ ਦੀ ਵਿਆਖਿਆ ਦੇ ਮੁੱਖ ਆਧਾਰ ਕਿਹੜੇ ਨੇ। ਦੂਸਰਾ, ਗੁਰਬਾਣੀ ਟੀਕਾਕਾਰੀ ਅਤੇ ਵਿਆਖਿਆ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕਾਂ ਲਈ ਵਰਤੀਆਂ ਜਾਂਦੀਆਂ ਵਿਧੀਆਂ ਦਾ ਮੁਲਾਂਕਣ ਕਰਨਾ। ਤੀਸਰਾ, ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕਾਂ ਦੀ ਅਜੋਕੇ ਸੰਦਰਭ ਦੇ ਵਿੱਚ ਵਿਆਖਿਆ ਕਰਨ ਲਈ ਨਵੀਆਂ ਅੰਤਰਦ੍ਰਿਸ਼ਟੀਆਂ ਦੀ ਖੋਜ ਕਰਨੀ। ਚੌਥਾ, ਗੁਰਬਾਣੀ ਟੀਕਾਕਾਰੀ ਅਤੇ ਗੁਰਬਾਣੀ ਵਿਆਖਿਆ। ਮੈਂ ਇਹ ਗੱਲ ਕਹੀ ਸੀ ਕਿ ਜਿਹੜਾ ਵਰਕਸ਼ਾਪ ਦਾ ਜੋ ਮੇਨ ਥੀਮ ਹੈ ਗੁਰਬਾਣੀ ਟੀਕਾਕਾਰੀ ਅਤੇ ਵਿਆਖਿਆ, ਜਦੋਂ ਅਸੀਂ ਇਹਨਾਂ ਦੋਨਾਂ ਦੇ ਅੰਤਰ ਸੰਬੰਧਾਂ ਦੀ ਗੱਲ ਕਰਾਂਗੇ ਤਾਂ ਫਿਰ ਆਉਣ ਵਾਲੇ ਵਿਦਵਾਨਾਂ ਦੇ ਲਈ ਜਾਂ ਇਸ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਸਕਾਲਰਸ ਨੇ ਉਹਨਾਂ ਦੇ ਲਈ ਅਸੀਂ ਕੁਝ ਨਾ ਕੁਝ ਅੰਤਰਦ੍ਰਿਸ਼ਟੀਆਂ ਦੀ ਇਸ ਪੇਪਰ ਦੇ ਵਿੱਚ ਖੋਜਣ ਦੀ ਗੱਲ ਕਰਾਂਗੇ। ਤੇ ਜਿਹੜਾ ਮੁੱਖ ਮਸਲਾ ਹੈ, ਬੇਸਿਕ ਜਿਹੜਾ ਪ੍ਰਸ਼ਨ ਹੈ ਉਹ ਇਹ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਲੋਕਾਂ ਦੀ ਟੀਕਾਕਾਰੀ ਅਤੇ ਵਿਆਖਿਆ ਦਾ ਜਦੋਂ ਅਸੀਂ ਅਧਿਐਨ ਕਰਦੇ ਹਾਂ ਜਾਂ ਸਰਵੇਖਣ ਕਰਦੇ ਹਾਂ, ਉਹਦੇ ਨਾਲ ਇੱਕ ਪ੍ਰਸ਼ਨ ਸਾਡੇ ਸਾਹਮਣੇ ਆਉਂਦਾ ਹੈ ਕਿ ਕੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਸ਼ਲੋਕ ਆਪਣੇ ਪਰਿਵਾਰ, ਖਾਸ ਕਰਕੇ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਨੂੰ ਉਦੋਂ ਪਹਿਲਾ ਨਾਂ ਗੋਬਿੰਦ ਰਾਏ ਹੈ, ਉਹਨਾਂ ਦੇ ਲਈ ਲਿਖੇ ਸੀ, ਜਾਂ ਇਹਨਾਂ ਸ਼ਲੋਕਾਂ ਦਾ ਕੋਈ ਅਧਿਆਤਮਕ ਪ੍ਰਸੰਗ ਵੀ ਬਣਦਾ। ਤੇ ਇਸ ਪ੍ਰਸ਼ਨ ਨੂੰ ਖੋਜਣ ਦੇ ਲਈ ਜਿਹੜੀ ਆਪਾਂ ਮੈਥਡੋਲੋਜੀ ਦੀ ਗੱਲ ਕਰਾਂਗੇ, ਕਿਉਂਕਿ ਵਰਕਸ਼ਾਪ ਦੇ ਵਿੱਚ 1 ਘੰਟਾ ਬੋਲਣਾ ਤੇ 1 ਘੰਟੇ ਦੇ ਲਈ ਆਪਣੀ ਵਾਰਤਾ ਨੂੰ ਸੀਮਿਤ ਕਰਨ ਦੇ ਲਈ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਮੁੱਖ ਜਿਹੜੇ ਟੀਕੇ ਨੇ ਉਹ 3 ਟੀਕੇ ਸਾਡੇ ਸਾਹਮਣੇ ਨੇ। ਇੱਕ ਫਰੀਦਕੋਟ ਟੀਕਾ ਜਿਹਨੂੰ ਬਚਨ ਸਿੰਘ ਦਾ ਟੀਕਾ, ਦੂਸਰਾ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਟੀਕਾ ਤੇ ਤੀਸਰਾ ਭਾਈ ਵੀਰ ਸਿੰਘ ਜੀ ਵਾਲਾ ਟੀਕਾ। ਅੰਗਰੇਜ਼ੀ ਵਾਲੇ ਟੀਕੇ ਮੈਂ ਇਸ ਵਾਰਤਾ ਦੇ ਵਿੱਚ ਸ਼ਾਮਲ ਨਹੀਂ ਕਰ ਰਿਹਾ। ਤੇ ਜਦੋਂ ਅਸੀਂ ਭਾਈ ਵੀਰ ਸਿੰਘ ਦੇ ਟੀਕੇ ਦੀ ਗੱਲ ਕਰਦੇ ਹਾਂ ਉਹ ਸ਼ਲੋਕਾਂ ਤੱਕ ਸੰਪੂਰਨ ਨਹੀਂ ਸੀ, ਤੇ ਇਸ ਕਰਕੇ ਅਸੀਂ 2 ਜਿਹੜੇ ਮੁੱਖ ਟੀਕੇ ਨੇ, ਇੱਕ ਫਰੀਦਕੋਟੀ ਟੀਕਾ ਤੇ ਦੂਸਰਾ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਉਹਦੇ 'ਤੇ ਆਪਣੀ ਗੱਲ ਆਪਾਂ ਕੇਂਦਰਿਤ ਕਰਾਂਗੇ। ਤੇ ਆਧਾਰ ਹਵਾਲੇ ਦੇ ਵਜੋਂ ਮਹਾਕਵੀ ਜਾਂ ਕਵੀ ਜਿਨ੍ਹਾਂ ਨੂੰ ਚੂੜਾਮਣੀ ਭਾਈ ਸੰਤੋਖ ਸਿੰਘ, ਉਹਨਾਂ ਦੀ ਜਿਹੜੀ ਕਿਰਤ ਹੈ ਗੁਰੂ ਪ੍ਰਤਾਪ ਸੂਰਜ ਗ੍ਰੰਥ, ਇਹਨੂੰ ਅਸੀਂ ਇੱਕ ਆਧਾਰ ਹਵਾਲੇ ਦੇ ਤੌਰ 'ਤੇ ਲਵਾਂਗੇ। ਤੇ ਜਿਹੜੇ ਖੁਜਾਰਥੀਆਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ, ਸਭ ਤੋਂ ਪਹਿਲਾਂ ਆਪਾਂ ਜਿਹੜੇ ਸ਼ਲੋਕ ਨੇ ਇਹਨਾਂ ਦੀ ਬਣਤਰ ਦੇ ਬਾਰੇ ਗੱਲ ਕਰੀਏ। ਜਿਹੜਾ ਸਟਰਕਚਰ ਹੈ ਇਹਨਾਂ ਦਾ, ਜਿਨ੍ਹਾਂ ਨੂੰ ਅਸੀਂ ਸ਼ਲੋਕ ਮਹੱਲਾ 9ਵਾਂ ਦੇ ਸਿਰਲੇਖ ਅਧੀਨ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ 57 ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਦਾਵਨੀ ਤੋਂ ਪਹਿਲਾਂ ਆਉਂਦੇ ਨੇ ਤੇ ਅਖੀਰ ਦੇ ਵਿੱਚ ਮਦਾਵਨੀ ਹੈ ਤੇ ਫਿਰ ਰਾਗਮਾਲਾ ਹੈ, ਤੇ ਇਸ ਲਿਹਾਜ਼ ਦੇ ਨਾਲ ਇਹ ਸ਼ਲੋਕ ਅਖੀਰਲੀ ਬਾਣੀ ਕਹੇ ਜਾ ਸਕਦੇ ਨੇ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਇਹ ਬਾਣੀ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਮਦਮੇ ਸਾਹਿਬ ਵਿਖੇ ਜਦੋਂ ਬੀੜ ਨੂੰ ਸੰਪੂਰਨ ਕੀਤਾ ਉਦੋਂ ਇਹ ਬਾਣੀ ਉਹਨਾਂ ਨੇ ਚੜ੍ਹਾਈ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਲੋਕਾਂ ਦੀ ਟੀਕਾਕਾਰੀ ਅਤੇ ਵਿਆਖਿਆ ਦਾ ਜਦੋਂ ਅਸੀਂ ਅਧਿਐਨ ਦੀ ਗੱਲ ਕਰਦੇ ਹਾਂ, ਜਾਂ ਜਿਹੜਾ ਅੱਜ ਦਾ ਵਿਸ਼ਾ ਹੈ, ਇਹ ਵਿਸ਼ਾ ਚੁਣਨ ਦੇ 2 ਮੁੱਖ ਕਾਰਨ ਨੇ। ਪਹਿਲਾ ਕਾਰਨ ਇਹ ਹੈ ਕਿ ਅਖੀਰਲੀ ਬਾਣੀ ਹੋਣ ਕਰਕੇ ਸ਼ਲੋਕਾਂ ਵਿੱਚ ਗੁਰਬਾਣੀ ਦੇ ਭਾਵ ਨੂੰ ਸਮਝਿਆ ਜਾ ਸਕਦਾ। ਦੂਸਰਾ, ਸ਼ਲੋਕ ਇੱਕ ਅਜਿਹਾ ਕਾਵਿ ਰੂਪ ਹੈ ਜਿਸ ਰਾਹੀਂ ਵਿਚਾਰ ਸਪਸ਼ਟ ਅਤੇ ਸਿੱਧੇ ਰੂਪ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਤੇ ਸ਼ਲੋਕ ਸਾਡੇ ਲੋਕ ਵੇਦ ਦਾ, ਜਿਹਨੂੰ ਅਸੀਂ ਲੋਕਧਾਰਾ ਕਹਿੰਦੇ ਹਾਂ, ਇਹਦਾ ਵੀ ਬੜਾ ਮਹੱਤਵਪੂਰਨ ਅੰਗ ਰਹੇ ਨੇ। ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੰਪੂਰਨ ਹੁੰਦਾ ਤੇ ਇਹਨਾਂ ਨੂੰ ਅਸੀਂ ਭੋਗ ਦੇ ਸਮੇਂ ਪੜ੍ਹੇ ਜਾਣ ਵਾਲੇ ਜਿਹੜੇ ਸ਼ਲੋਕ ਨੇ, ਇਹਨਾਂ ਨੂੰ ਸੰਗਤ ਪੂਰੀ ਦਿਲਚਸਪੀ ਦੇ ਨਾਲ ਸੁਣਦੀ ਹੈ।
सो इस करके साडा ये फर्ज बनता कि इन्हां शलोकां दे बारे जो हुण तक टीकाकारी हुई है और टीकाकारी दे नाल जिहड़ी व्याख्या इन्हां दे अंतर संबंधां दी असीं खोज करिए। हुण आपां पहले भाग दी गल जिस तरह शुरू दे विच गल कीती सी कि दो टीके लैके ते फिर असीं व्याख्या दे बारे गल करांगे। जो मैं सार जां कनकलूजन दे रूप दे विच गल अखीर दे विच करनी सी, मैं वो गल शुरू दे विच अपनी राय तुहाडे नाल साझी करांगा ताकि तुसीं पूरी वार्ता नूं उस प्रसंग दे विच सुन सको। ते मेरी जिहड़ी अपनी राय है वो ये है कि सिख परंपरा विच गुरबाणी दी टीकाकारी अते व्याख्या कथा दे नाल जुड़ी हुई है। ये बड़ी इंपॉर्टेंट गल है। जदों असीं व्याख्या की गल करते हैं तो व्याख्या शब्द उन्ना साडी परंपरा दे विच जां सिख परंपरा दे विच प्रचलित नहीं है तो जिन्ना कथा प्रचलित है। तो कथा नाल जुड़ी होण करके गुरबाणी की जिहड़ी सिद्धांतक व्याख्या दे लई जो यतन होने चाहिए सी वो नहीं हो रहे। कथा एक बीतिया वरतांत हुंदा है जदों कि व्याख्या वर्तमान नूं एड्रैस करती है। तो गुरबाणी व्याख्या सिद्धांतक ना हो के कथा मूलक हो गई है। तो इस करके जदों मैं गल करना कि कथा मूलक हो गई है जां कथा ते आधारित है तो इहदा मतलब ये नहीं कि मैं कथा नूं अपने वल्लों कोई अहमियत नहीं दे रहा। कथा जिस तरह असीं संप्रदायिक कथा जां परंपरागत तरीके के तौर पर जिहड़ी वो कथा है वो हुंदी रहनी चाहिए है ताकि वो जिहड़ा स्वरूप है जिहड़ा टकसाली स्वरूप गुरबाणी कथा दा वो साडे कोले उस तरह निरंतर चलदा रहे। जिस तरह यहूदी परंपरा दे विच काबूला दी एक बड़ी रिच ट्रैडिशन है। तो इस करके जिहड़ियां गुरबाणी दी जिहड़ियां कथा प्रणालियां ने जां टकसाली जां परंपरागत कथा वो भी चलती रहनी चाहिए है। पर जिहड़ा साडा मुख प्रश्न है कि गुरबाणी दी जिहड़ी सिद्धांतक व्याख्या ते उस व्याख्या के मुताबिक जिहड़ियां अज दे समय दीयां समस्यावां ने असीं उन्हां नूं किवें एड्रैस होईए इहदे ते असीं घट कंसनट्रेट हुंदे आ। ते इसे करके ये गल भी जदों आम सिख इकट्ठे हुंदे ने तां ये मसला साडे सामने आउंदा कि सिख गुरु नूं तां मनदे ने पर गुरु दी नहीं मनदे। भाव गुरबाणी दी जिहड़ी एप्लीकेशन वाला जिहड़ा पक्ष है अपलाइड पक्ष दे विच जदों असीं ऑबजर्व करते हैं, क्योंकि मैं सोशियोलॉजी का स्टूडेंट भी रहा, तो जदों असीं इस किस्म की ऑबजरवेशन करते हैं तो ये गल सामने आउंदी है कि कहनी अते कथनी दे विच जां सिख समुदाय दे विच ये नहीं कि गुरसिੱਖੀ जीवन जिउण वाले बंदे घट ने, बहुत बंदे ने, परंतु जिस किस्म का गुरु महाराज ने बाणी दे राही एक विलक्षण किस्म का इंसान सिरजिया सी, उस इंसान का जिहड़ा जीवन है गुरबाणी दे आधारित हुंदा। ये एक समस्या ना केवल अकादमिक पद्धर ते बल्कि एक समुदाय के पद्धर ते जां एक जिन्हों असी मैं अपने भाषा दे विच पंथ कह सकते हैं। ये पंथ पोलीटिकल नहीं है, ये वो सिख पंथ जिहड़ा गुरु नानक पातशाह ने साजिया उस पद्धर ते भी ये समस्या साडे सामने आउंदी है। तो हुण जदों असीं व्याख्या की गल करते हैं तो व्याख्या के उत्ते टीकिਆਂ का प्रभाव है। जदों टीका एक गल संकल्प के तौर पर असीं पहलां स्पष्ट हो जाइए, अंग्रेजी दे विच खास करके क्रिश्चन ट्रेडिशन दे विच दो शब्द प्रचलित ने, एक एग्जीसिस ते दूसरा इंटरप्रटेशन। जदों असीं पंजाब दी जां सिखां दी गल करते हाँ, तुसीं किसी भी पढ़े लिखे विद्वान तो खास यूनीवर्सिटी पद्धर का जिहड़ा स्कॉलर है उहदे उत्तों तुसीं ये सवाल करोगे कि टीकाकारी ते व्याख्या दे विच की अंतर है, शायद बहुत घट लोग होणगे जिहड़े इस गल नूं स्पष्ट कर सकणगे जां इहदा सही उत्तर देणगे। जदों असीं गल करांगे कि टीकाकारी जां एक्जीसिस, वो बेसिकली जो साडी स्क्रिप्चर है उहदे अर्थां नूं समझाउण दे लई, जिद्दां असीं कहने कि जो उहदे विच अर्थ ने उहनां नूं समझाउण दे लई उहदी वरतों कीती जांदी है। ते जदों इंटरप्रटेशन की गल करदे हां व्याख्या, तो इंटरप्रटेशन दे विच जिहड़ियां वख-वख विधियां दे नाल खास करके जिहड़े उहदे बाणी दे पाठ करन वाले जां टैक्सट दा पाठ करन वाले जिहड़े स्कॉलर ने वो अपने तौर ते उहदी
ਵਿਆਖਿਆ ਕਰਦੇ ਨੇ ਜਾਂ ਵਿਆਖਿਆ ਦੇ ਨਾਲ ਜਿਹੜੀਆਂ ਸਾਡੀਆਂ ਮੌਜੂਦਾ ਜਾਂ ਸਮਕਾਲ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਐਡਰੈਸ ਹੁੰਦੇ ਨੇ। ਅਤੇ ਜਦੋਂ ਅਸੀਂ ਗੁਰਬਾਣੀ ਵਿਆਖਿਆ ਦੀ ਗੱਲ ਕਰਦੇ ਹਾਂ ਤਾਂ ਗੁਰਬਾਣੀ ਵਿਆਖਿਆ ਦੇ ਉੱਤੇ ਟੀਕਾਕਾਰੀ ਦਾ ਬਹੁਤ ਪ੍ਰਭਾਵ ਹੈ ਅਤੇ ਪ੍ਰਭਾਵ ਹੁੰਦਾ ਵੀ ਹੈ। ਕਿਉਂਕਿ ਟੀਕੇ ਨੂੰ ਅਸੀਂ ਇੱਕ ਬੜਾ ਭਰੋਸੇਯੋਗ ਸੋਰਸ ਮੰਨਦੇ ਹਾਂ। ਅਸਲੀ ਜਿਹੜੀ ਉਹਦੇ 'ਤੇ ਸ਼ਰਤ ਇਹੀ ਹੁੰਦੀ ਹੈ ਕਿ ਉਹਨੇ ਜੋ ਟੈਕਸਟ ਦੇ ਅਰਥ ਨੇ ਉਹ ਸਾਨੂੰ ਸਮਝਾਉਂਦੇ ਨੇ। ਅਤੇ ਜਦੋਂ ਅਸੀਂ ਟੀਕਾਕਾਰੀ ਦੀ ਗੱਲ ਕਰਦੇ ਹਾਂ ਤਾਂ ਟੀਕਾਕਾਰੀ ਜਿਹੜੀ ਹੈਗੀ ਹੈ ਇਹਦੇ ਵਿੱਚ ਖਾਸ ਕਰਕੇ ਸ਼ਲੋਕਾਂ ਦੀ ਟੀਕਾਕਾਰੀ, ਤਾਂ ਇਹਦਾ ਟੀਕਾਕਾਰੀ ਦਾ ਜਿਹੜਾ ਆਧਾਰ ਹੈ ਉਹ ਇਤਿਹਾਸਿਕ ਘਟਨਾਵਾਂ ਨੂੰ ਬਣਾ ਲਿਆ। ਜਦੋਂ ਅਸੀਂ ਗੱਲ ਕਰਦੇ ਹਾਂ ਇੰਟਰਪ੍ਰੀਟੇਸ਼ਨ ਦੇ ਵਿੱਚ ਤਾਂ ਹਿਸਟੋਰੀਕਲ ਮੈਥਡੋਲੋਜੀ ਡਿਫਰੈਂਟ ਮੈਥਡੋਲੋਜੀਜ਼ ਦੇ ਵਿੱਚੋਂ ਇੱਕ ਮੈਥਡ ਹੈ। ਜਿੱਦਾਂ ਅਸੀਂ ਗੱਲ ਕਰ ਲਈਏ ਹਿਸਟੋਰੀਕਲ ਕੰਟੈਕਸਟ ਹੈ, ਫਿਲੋਸਫੀਕਲ ਹੈ, ਸਾਈਕੋਲੋਜੀਕਲ ਹੈ ਅਤੇ ਜਾਂ ਲਿੰਗੁਇਸਟਿਕਲ ਫਿਲੋਜੀਕਲ ਜਿਹੜੇ ਹੈਗੇ ਆ ਕੰਸਰਨਸ, ਅਸੀਂ ਉਹਨਾਂ ਦੀ ਬਜਾਏ ਜਿਹੜੀ ਸਾਡੀ ਟੀਕਾਕਾਰੀ ਹੈ, ਖਾਸ ਕਰਕੇ ਮੈਂ ਜਿਵੇਂ ਦੁਬਾਰਾ ਫਿਰ ਉਸ ਗੱਲ 'ਤੇ ਜ਼ੋਰ ਦਿੰਦਾ ਕਿ ਇਹਨੂੰ ਅਸੀਂ ਆਧਾਰ ਬਣਾ ਲਿਆ ਇਤਿਹਾਸਕ ਘਟਨਾਵਾਂ ਨੂੰ। ਜਦੋਂ ਗੁਰਬਾਣੀ ਦੀ ਅਸੀਂ ਗੱਲ ਕਰਦੇ ਹਾਂ ਤਾਂ ਗੁਰਬਾਣੀ ਹੈਗੀ ਹੈ ਕਾਲ ਦੀਆਂ ਸੀਮਾਵਾਂ ਤੋਂ ਪਾਰ। ਇਸੇ ਕਰਕੇ ਅਸੀਂ ਨਹੀਂ ਧੁਰ ਦੀ ਬਾਣੀ ਕਹਿੰਦੇ ਹਾਂ, ਧੁਰਕੀ ਬਾਣੀ। ਧੁਰਕੀ ਬਾਣੀ ਦਾ ਮਤਲਬ ਵੀ ਜਿਹੜਾ ਸਮੇਂ ਅਤੇ ਸਥਾਨ ਦੀਆਂ ਜਿਹੜੀਆਂ ਸੀਮਾਵਾਂ ਤੋਂ ਪਾਰ ਦੇ ਜਿਹੜੇ ਅਰਥ ਨੇ ਗੁਰਬਾਣੀ ਸਾਨੂੰ ਸਮਝਾਉਂਦੀ ਹੈ। ਅਤੇ ਗੁਰਬਾਣੀ ਸੱਚਾ ਸੰਦੇਸ਼ ਹੈ। ਕਿਉਂ ਸੱਚਾ ਸੰਦੇਸ਼ ਹੈ? ਕਿਉਂਕਿ ਬਾਣੀ ਸਤਿਗੁਰ ਵੱਲੋਂ ਉਚਾਰੀ ਗਈ ਹੈ ਅਤੇ ਸਿੱਖ ਰਵਾਇਤ ਵਿੱਚ ਗੁਰਬਾਣੀ ਨੂੰ ਜੁਗੋ ਜੁਗ ਅਟਲ ਮੰਨਿਆ ਗਿਆ ਅਤੇ ਬਾਣੀ ਦੀ ਅਟਲਤਾ ਇਸ ਨੂੰ ਸਰਬਕਾਲੀ ਬਣਾਉਂਦੀ ਹੈ। ਅਤੇ ਗੁਰਬਾਣੀ ਅਤੇ ਸਮੇਂ ਅਤੇ ਸਥਾਨ ਦੀਆਂ ਜਿਹੜੀਆਂ ਪਾਬੰਦੀਆਂ ਨੇ ਜਿਨ੍ਹਾਂ ਦੇ ਬਾਰੇ ਮੈਂ ਪਹਿਲਾਂ ਗੱਲ ਕੀਤੀ ਹੈ ਉਹਨਾਂ ਦੀ ਮਥਾਜ ਨਹੀਂ ਹੈ, ਪਰੰਤੂ ਗੁਰਬਾਣੀ ਦੀ ਟੀਕਾਕਾਰੀ ਉੱਤੇ ਸਮੇਂ ਦਾ ਪ੍ਰਭਾਵ ਦੇਖਿਆ ਜਾ ਸਕਦਾ। ਖਾਸ ਕਰਕੇ ਆਪਾਂ ਗੱਲ ਕਰੀਏ ਜਿਹੜਾ ਫਰੀਦਕੋਟੀ ਟੀਕਾ ਹੈ ਉਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕਾਂ ਦਾ ਟੀਕਾ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਿਤ ਇੱਕ ਇਤਿਹਾਸਕ ਬਿਰਤਾਂਤ ਦਿੱਤਾ ਗਿਆ। ਇਹ ਬਿਰਤਾਂਤ ਕਸ਼ਮੀਰੀ ਪੰਡਤਾਂ ਦੇ ਗੁਰੂ ਜੀ ਕੋਲ ਫੈਰਾਦ ਲੈ ਕੇ ਆਉਣ ਤੋਂ ਸ਼ੁਰੂ ਹੁੰਦਾ। ਇੱਥੇ ਅਸੀਂ ਇਸ ਬਿਰਤਾਂਤ ਦਾ ਜਿਹੜਾ ਅਖੀਰਲਾ ਹਿੱਸਾ ਉਹਨੂੰ ਹਵਾਲੇ ਵਜੋਂ ਵੀ ਪੇਸ਼ ਕਰ ਸਕਦੇ ਹਾਂ ਅਤੇ ਉਹਦੇ ਵਿੱਚ ਜਿਹੜੀ ਖਾਸ ਗੱਲ ਲਾਸਟ ਦੀ ਜੇਕਰ ਆਪਾਂ ਲਾਈਨ ਗੱਲ ਕਰੀਏ ਤਾਂ ਉੱਥੇ ਕਿਹਾ ਕਿ ਇਸ ਬਿਰਤਾਂਤ ਦੇ ਵਿੱਚ ਆਉਂਦਾ ਕਿ ਭਾਈ ਜਿਹੜਾ ਮਤੀ ਦਾਸ ਹੈ ਜਦੋਂ ਤਾਂ ਉਹਨੇ ਗੁਰੂ ਮਹਾਰਾਜ ਦੀ ਸੇਵਾ ਕਰਦਾ ਸੀ ਤਾਂ ਉਹਨੇ ਕਿਹਾ ਕਿ ਮੇਰੇ ਵਿੱਚ ਇਸ ਕਿਸਮ ਦੀ ਸ਼ਕਤੀ ਹੈ ਅਤੇ ਗੁਰੂ ਮਹਾਰਾਜ ਨੇ ਜਦੋਂ ਉਹਦੀ ਸ਼ਕਤੀ ਲੈ ਲਈ ਅਤੇ ਬਾਅਦ ਦੇ ਵਿੱਚ ਉਹਨੂੰ ਕਿਹਾ ਕਿ ਹੁਣ ਤੁਸੀਂ ਉਚਾਰੋ, ਪਰੰਤੂ ਭਾਈ ਮਤੀ ਦਾਸ ਫਿਰ ਇਸ ਗੱਲ ਤੋਂ ਕਹਿ ਰਿਹਾ ਕਿ ਮੇਰੀ ਸ਼ਕਤੀ ਪਤਾ ਨਹੀਂ ਕਿੱਥੇ ਚਲੀ ਗਈ। ਅਤੇ ਫਿਰ ਗੁਰੂ ਮਹਾਰਾਜ ਨੇ ਇੱਕ ਕੌਤਕ ਦਿਖਾਇਆ ਉਹਦੀ ਸ਼ਕਤੀ ਲਈ ਅਤੇ ਬਾਅਦ ਦੇ ਵਿੱਚ ਕਿਹਾ ਕਿ ਇਹ ਜਿਹੜੀ ਪੱਤਰਕਾ ਇਹ 10ਵੇਂ ਗੁਰੂ ਦੇ ਕੋਲ ਪਾਸ ਪਹੁੰਚੇ। ਇੱਕ ਭਾਈ ਗੁਰਦਿੱਤਾ ਜੀ ਜੋ ਬਾਬਾ बुढ़ा जी के कस्टम स्थान थे से पास रह गए थे, तब सो पत्र का निज मन परथाए कर सर्वत सिखों जोग उपदेश रूप और 10म गुरु श्री गुरु गोबिंद सिंह जी को पत्रिका लिखी। हुण फरीदकोटी टीके ਦਾ ਜਦੋਂ ਅਸੀਂ ਪਹਿਲਾਂ ਕਿਸੇ ਵਿਆਖਿਆ ਕਰਨ ਦੇ ਲਈ ਵਿਆਖਿਆ ਕਰਨ ਤੋਂ ਪਹਿਲਾਂ ਹੀ ਅਸੀਂ ਆਪਣੇ ਆਪ ਨੂੰ ਲਿਮਟ ਕਰ ਲਵਾਂਗੇ ਜਾਂ ਇੱਕ ਕੰਡੀਸ਼ਨ ਲਗਾ ਲਵਾਂਗੇ ਤਾਂ ਫਿਰ ਜਿਹੜੀ ਟੀਕਾਕਾਰੀ ਹੋਏਗੀ ਉਹ ਵੀ ਉਸੇ ਕਿਸਮ ਦੀ ਟੀਕਾਕਾਰੀ ਸਾਡੇ ਸਾਹਮਣੇ ਆਏਗੀ। ਤੇ ਇਸ ਤੋਂ ਪਤਾ ਚੱਲਦਾ ਕਿ ਜਿਹੜਾ ਗਿਆਨੀ ਬਚਨ ਸਿੰਘ ਨੇ ਟੀਕਾਕਰਨ ਤੋਂ ਪਹਿਲਾਂ ਇਹ ਧਾਰਨਾ ਬਣਾ ਲਈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਲੋਕ ਬਾਣੀ ਗੁਰੂ ਗੋਬਿੰਦ ਸਿੰਘ ਜੀ ਲਈ ਲਿਖੀ ਸੀ। ਇਸ ਧਾਰਨਾ ਦਾ ਜਿਹੜਾ ਆਧਾਰ ਬਣਿਆ ਉਹ ਭਾਈ ਸੰਤੋਖ ਸਿੰਘ ਵੱਲੋਂ ਰਚਿਤ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਬਣਿਆ। ਕਵੀ ਸੰਤੋਖ ਸਿੰਘ ਨੇ ਸ੍ਰੀ ਗੁਰੂ ਸੂਰਜ ਗ੍ਰੰਥ ਦੇ ਵਿੱਚ ਲਿਖਿਆ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਵਿਖੇ ਕੈਦ ਕੀਤਾ ਹੋਇਆ ਸੀ ਤਾਂ ਸਤਿਗੁਰ ਨੇ ਦਿੱਲੀੋਂ ਚਿੱਠੀ ਲਿਖੀ। ਇਸ ਬਿਰਤਾਂਤ ਨੂੰ महाकवि संतोख सिंह इस तरह बयान करते हैं कि कलमदान को थाए मंगवायो, जमादार को नर ले आयो, सब संगत प्रति लिख उपदेश करे श्लोक विराग विशेष, सो नर होए
जिसके अधिकारी सो मन्नै इस इम सीख हमारी सुख प्राप्त जो लोग जुग लोग मझारी लिखे श्लोक सुकरत उचारी। महाकवि संतोख सिंह ਦੀ ਜਿਹੜੀ ਇਹ ਵਿਆਖਿਆ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਲਿਖੇ ਸਲੋਕਾਂ ਨੂੰ ਇਤਿਹਾਸਕ ਪ੍ਰਸੰਗ ਦੇ ਦਿੱਤਾ ਇਹਨਾਂ ਨੇ ਕਵੀ ਨੇ। ਹੁਣ ਜਿਹੜੇ ਸਾਹਿਤ ਦੇ ਵਿਦਿਆਰਥੀ ਨੇ ਉਹ ਤਾਂ ਸ਼ਾਇਦ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਕਿ ਜਿਹੜਾ ਇੱਕ ਕਵੀ ਹੈ, ਕਵੀ ਨੇ ਆਪਣੀ ਇੱਕ ਇਮੈਜੀਨੇਸ਼ਨ ਦੇ ਨਾਲ ਜਾਂ ਆਪਣੇ ਖਿਆਲਾਂ ਨੂੰ ਉਹਨੇ ਪ੍ਰਗਟ ਕਰ ਦਿੱਤਾ, ਅਤੇ ਕਵੀ ਦੀ ਕਹੀ ਗੱਲ ਨੂੰ ਜਦੋਂ ਅਸੀਂ ਸੱਚ ਮੰਨ ਲਵਾਂਗੇ ਤਾਂ ਫਿਰ ਸਾਡੀ ਜਿਹੜੀ ਵਿਆਖਿਆ ਉਹਦੇ 'ਤੇ ਇੱਕ ਤਰ੍ਹਾਂ ਦੀ ਜਿਹੜੀ ਕੰਡੀਸ਼ਨ ਹੈ ਉਹ ਲੱਗ ਜਾਏਗੀ। ਮਹਾਕਵੀ ਸੰਤੋਖ ਸਿੰਘ ਨੇ ਇਹਨਾਂ ਸ਼ਲੋਕਾਂ ਨੂੰ ਗੁਰਬਾਣੀ ਦੀ ਬਣਤਰ ਭਾਵ ਬਾਣੀ ਰੂਪ ਨਾਲੋਂ ਇੱਕ ਵੱਖਰਾ ਇਤਿਹਾਸਕ ਬਰਤਾਂਤ ਬਣਾ ਦਿੱਤਾ। ਇਸ ਦ੍ਰਿਸ਼ਟੀ ਨਾਲ ਜਦੋਂ ਅਸੀਂ ਸ਼ਲੋਕਾਂ ਨੂੰ ਸਮਝਾਂਗੇ ਤਾਂ ਅਜਿਹੇ ਪ੍ਰਸ਼ਨ ਪੈਦਾ ਹੋਣਗੇ ਜਿਨ੍ਹਾਂ ਦਾ ਉੱਤਰ ਇਸ ਤਰ੍ਹਾਂ ਦੀ ਵਿਆਖਿਆ ਨਹੀਂ ਦੇ ਸਕਦੀ। ਇਸ ਵਿਆਖਿਆ ਵਿੱਚੋਂ ਇਹ ਵਿਚਾਰ ਉਪਜਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਬਰਾਗਮਈ ਹੈ। ਜਦੋਂ ਅਸੀਂ ਬਰਾਗ ਦੀ ਗੱਲ ਕਰਦੇ ਹਾਂ, ਕਿਉਂਕਿ ਖੁਦ ਮਹਾਕਵੀ ਸੰਤੋਖ ਸਿੰਘ ਜੀ ਨੇ ਇਹੀ ਕੰਡੀਸ਼ਨ ਲਗਾ ਦਿੱਤੀ ਸੀ, ਜਿੱਦਾਂ ਆਪਾਂ ਪੜ੍ਹਿਆ ਕਿ ਕਰੇ ਸ਼ਲੋਕ ਵਿਰਾਗ ਵਿਸ਼ੇਸ਼। ਅਤੇ ਭਾਈ ਸੰਤੋਖ ਸਿੰਘ ਦੇ ਇਸ ਕਥਨ ਨੇ ਸ਼ਲੋਕਾਂ ਦੀ ਜਿਹੜੀ ਵਿਆਖਿਆ ਨੂੰ ਇਸ ਕਦਰ ਤੱਕ ਪ੍ਰਭਾਵਿਤ ਕਰ ਦਿੱਤਾ ਕਿ ਵਿਦਵਾਨਾਂ ਦੇ ਮਨ ਵਿੱਚ ਇਹ ਪ੍ਰਸੰਗ ਵਸ ਗਿਆ। ਜਿੱਦਾਂ ਆਪਾਂ ਪਹਿਲਾਂ ਟੀਕੇ ਦੀ ਗੱਲ ਕੀਤੀ ਸੀ, ਟੀਕਾ ਤਾਂ ਫਰੀਦਕੋਟੀ ਇਹਨੂੰ ਆਧਾਰ ਬਣਾ ਕੇ ਕੀਤਾ ਗਿਆ। ਹੁਣ ਆਪਾਂ ਇੰਟਰਪ੍ਰੀਟੇਸ਼ਨ ਦੀ ਗੱਲ ਕਰਦੇ ਹਾਂ ਕਿ ਮਨ ਦੇ ਵਿੱਚ ਇਹ ਗੱਲ ਵਸ ਗਈ ਕਿ ਇੱਕ ਇਤਿਹਾਸਕ ਪ੍ਰਸੰਗ ਦੇ ਵਿੱਚ ਲਿਖੇ ਗਏ ਨੇ। ਵੱਖ-ਵੱਖ ਵਿਦਵਾਨਾਂ ਦੇ ਵਿੱਚੋਂ ਆਪਾਂ ਕੁਝ ਉਹਨਾਂ ਦੀਆਂ ਕੋਟਸ ਲੈ ਸਕਦੇ ਹਾਂ। ਜਿੱਦਾਂ ਪ੍ਰੋਫੈਸਰ ਸਾਹਿਬ ਸਿੰਘ 'ਤੇ ਤਾਂ ਇੱਦਾਂ ਦਾ ਲੋਕ ਇਤਰਾਜ਼ ਲਗਾ ਦਿੰਦੇ ਆ ਕਿ ਉਹਨਾਂ ਨੇ ਵਿਆਕਰਨ ਨੂੰ ਮੁੱਖ ਬਣਾ ਕੇ ਟੀਕਾਕਾਰੀ ਕੀਤੀ ਹੈ। ਉਹਨਾਂ ਦੀ ਬਾਣੀ ਦੇ ਵਿੱਚ ਜਾਂ ਉਹਨਾਂ ਦੀ ਜਿਹੜੀ ਬਾਣੀ ਦੇ ਟੀਕਾਕਾਰੀ ਦੇ ਵਿੱਚ ਅਨੁਭਵ ਦੀ ਘਾਟ ਹੈ। ਪਰੰਤੂ ਮੈਂ ਹਵਾਲਾ ਤੁਹਾਨੂੰ ਦੇਵਾਂਗਾ ਪ੍ਰਿੰਸੀਪਲ ਸਤਵੀਰ ਸਿੰਘ, ਜਿਹੜੇ ਕਿ ਪੂਰੇ ਗੁਰਸਿੱਖੀ ਜੀਵਨ ਵਾਲੇ ਸੀ, ਜਿਨ੍ਹਾਂ ਨੇ ਬਹੁਤ ਇਤਿਹਾਸਕ ਬਰਤਾਂਤ ਲਿਖੇ ਨੇ, ਗੁਰਮਤਿ ਕਾਲਜ ਦੇ ਪ੍ਰਿੰਸੀਪਲ ਵੀ ਰਹੇ ਨੇ। ਪ੍ਰਿੰਸੀਪਲ ਸਤਵੀਰ ਸਿੰਘ ਨੇ ਕਵੀ ਸੰਤੋਖ ਸਿੰਘ ਦੇ ਵਿਚਾਰਾਂ ਦੀ ਇੱਕ ਹੋਰ ਨਜ਼ਰੀਏ ਦੇ ਨਾਲ ਪ੍ਰੋੜਤਾ ਕੀਤੀ ਹੈ। ਉਹ ਲਿਖਦੇ ਨੇ ਕਿ ਕੋਟ, ਸ਼ਲੋਕਾਂ ਬਾਰੇ ਮੇਰਾ ਵਿਚਾਰ ਹੈ ਕਿ ਇਹ ਪੰਦਨਾਵਾ ਹੈ ਜੋ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਬੱਚੇ ਗੁਰੂ ਗੋਬਿੰਦ ਸਿੰਘ ਦੇ ਨਾਂ ਇੱਕ ਤਰ੍ਹਾਂ ਸਮੁੱਚੇ ਪੰਥ ਦੇ ਨਾਂ ਲਿਖਿਆ। ਪੰਦਨਾਮੇ ਦੇ ਲਈ ਫਿਰ ਉਹਨਾਂ ਨੇ ਔਰਗਨਜੇਬ ਜਾਂ ਇੱਕ ਇਸ ਕਿਸਮ ਦੀ ਪਰੰਪਰਾ ਦੀ ਕਾਫੀ ਡਿਟੇਲ ਦੇ ਵਿੱਚ ਜਿਹੜਾ ਜ਼ਿਕਰ ਕੀਤਾ। ਅਸੀਂ ਉਸ ਪਾਸੇ ਵੱਲ ਨਹੀਂ ਜਾਵਾਂਗੇ। ਅਤੇ ਦੂਸਰਾ ਵਿਦਵਾਨ ਆਪਾਂ ਲੈਂਦੇ ਹਾਂ ਡਾਕਟਰ ਧਾਰਨ ਸਿੰਘ, ਜਿਹਦੀ ਕਿਤਾਬ ਗੁਰਬਾਣੀ ਦੀ ਵਿਆਖਿਆ ਪ੍ਰਣਾਲੀਆਂ ਕਾਫੀ ਮਸ਼ਹੂਰ ਹੈ। ਅੱਜ ਤੱਕ ਕਿਸੇ ਵਿਦਵਾਨ ਨੇ ਉਸ ਕਿਤਾਬ ਨੂੰ ਅੱਗੇ ਇੱਕ ਕਦਮ ਨਹੀਂ ਤੋਰਿਆ। ਭਾਵ ਡਾਕਟਰ ਧਾਰਨ ਸਿੰਘ ਸਤਵੀਰ ਸਿੰਘ ਜੀ ਤੋਂ ਇੱਕ ਕਦਮ ਹੋਰ ਅੱਗੇ ਚੱਲ ਗਏ ਨੇ। ਉਹ ਲਿਖਦੇ ਆ ਕਿ ਆਪ ਭਾਵ ਗੁਰੂ ਤੇਗ ਬਹਾਦਰ ਜੀ ਨੇ ਥੋੜ੍ਹੇ ਜਿੰਨੇ ਆਕਾਰ ਦੀ ਬਾਣੀ ਵਿੱਚ 4 ਸ਼ਲੋਕ ਐਸੇ ਹਨ ਜੋ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਹਰ ਤਰ੍ਹਾਂ ਵਿਲੱਖਣ ਨੇ। ਮਤਲਬ ਇਹ ਜਿਹੜਾ ਸੈਂਟੈਂਸ ਹੈ, ਮੈਂ ਇਹ 'ਤੇ ਇਸ ਕਰਕੇ ਜ਼ੋਰ ਦਿੰਦਾ ਕਿ ਜਦੋਂ ਅਸੀਂ ਬਾਣੀ ਦੀ ਗੱਲ ਕਰਦੇ ਹਾਂ, ਬਾਣੀ ਇੱਕ ਸੂਤਰ ਹੈ। ਜਿਹੜੇ ਬਾਣੀਕਾਰਾਂ ਨੇ ਉਹਨਾਂ ਦੇ ਵਿੱਚ ਫਿਲਾਸਫਿਕਲੀ ਜਾਂ ਸਿਧਾਂਤਕ ਤੌਰ 'ਤੇ ਸਮੁੱਚੀ ਬਾਣੀ ਸਾਨੂੰ ਇੱਕੋ ਭਾਵ ਦਿੰਦੀ ਹੈ। ਪਰੰਤੂ ਤਾਰਨ ਸਿੰਘ ਕਹਿੰਦੇ ਆ ਕਿ ਜਿਹੜੀ ਇਹ 4 ਸ਼ਲੋਕ ਨੇ ਇਹ ਹਰ ਤਰ੍ਹਾਂ ਵਿਲੱਖਣ, ਨਿਆਰੇ ਅਤੇ ਵੱਖਰੇ ਨੇ, ਅਤੇ ਇਹਨਾਂ 4 ਮੰਤਕੀ ਸ਼ਲੋਕਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਰ ਬਾਣੀ ਵਿੱਚ ਵਿਚਾਰਾਂ, ਸਿਧਾਂਤਾਂ, ਆਦਰਸ਼ਾਂ, ਭਾਵਨਾਵਾਂ, ਸ਼ੈਲੀ, ਬਲ, ਸਮਰੱਥਾ, ਯਥਾਰਥਕਤਾ ਦਾ ਫਰਕ ਹੈ। ਹੁਣ ਆਪਣੀ ਗੱਲ ਨੂੰ ਜਸਟੀਫਾਈ ਕਰਨ ਦੇ ਲਈ ਡਾਕਟਰ ਤਾਰਨ ਸਿੰਘ ਨੇ ਇੰਨੇ ਐਡਜੈਕਟਿਵ ਲਗਾਏ ਨੇ, ਅਤੇ ਅੱਗੇ ਜਾ ਕੇ ਕਹਿੰਦਾ ਕਿ ਇਹਨਾਂ 4 ਮੰਤਕੀ ਸ਼ਲੋਕਾਂ ਦੀ ਸ਼ਕਤੀ ਹੋਰ ਹੈ, ਇਹਨਾਂ ਦਾ ਉਂਝ ਹੋਰ ਹੈ, ਇਹਨਾਂ ਦੀ ਬੰਗਾਰ ਹੋਰ ਹੈ, ਇਹਨਾਂ ਦੀ ਦ੍ਰਿਸ਼ਟੀ ਹੋਰ ਹੈ। ਇਸ ਤਰ੍ਹਾਂ ਡਾਕਟਰ ਤਾਰਨ ਸਿੰਘ ਵੀ ਇਹਨਾਂ ਸ਼ਲੋਕਾਂ ਨੂੰ ਇਤਿਹਾਸਕ ਮੌਕਾ ਮੇਲ ਦੀ ਪੈਦਾਇਸ਼ ਮੰਨ ਲੈਂਦੇ ਹਨ, ਅਤੇ ਇਹਨਾਂ ਦੀ ਧਾਰਨਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦੇ ਸਮੇਂ
ਇਹ ਸ਼ਲੋਕ ਲਿਖੇ ਸਨ। ਉਹਨਾਂ ਦੀ ਦਲੀਲ ਹੈ ਕਿ ਕੋਟ ਲੰਮੇ ਤਜਰਬੇ ਤੇ ਪਰਸਪਰ ਵਿਹਾਰ ਦੇ ਤਜਰਬੇ ਨਾਲ ਹੀ ਇਹ ਉਪਜ ਸਕਦੇ ਸਨ, ਭਾਵ ਸ਼ਲੋਕ ਪੈਦਾ ਹੋ ਸਕਦੇ ਸਨ। ਸਮੇਂ ਸਿਰ ਹੀ ਇਹਨਾਂ ਦੀ ਵੰਗਾਰ ਆ ਸਕਦੀ ਸੀ ਤੇ ਸਮੇਂ ਸਿਰ ਹੋਰ ਸਾਰੇ ਹੀਲੇ ਨਿਸਫਲ ਹੋ ਚੁੱਕਣ ਮਗਰੋਂ ਹੀ ਇਹ ਸ਼ਲੋਕ ਮੂੰਹੋਂ ਉਚਾਰੇ ਜਾ ਸਕਦੇ ਸਨ। ਗੱਲ ਕਿ ਇਹਨਾਂ ਸ਼ਲੋਕਾਂ ਦੇ ਉਚਾਰਨ ਦਾ ਠੀਕ ਸਮਾਂ ਆ ਗਿਆ ਸੀ। ਇਹਨਾਂ ਸ਼ਲੋਕਾਂ ਨੇ ਭਾਰਤੀ ਇਤਿਹਾਸ ਨੂੰ ਬਦਲਣਾ ਸੀ। ਇਹ ਸ਼ਲੋਕ ਖਾਲਸਾ ਪੰਥ ਦੇ ਜਨਮਦਾਤਾ ਹਨ। ਇਹ ਵਾਹਿਗੁਰੂ ਜੀ ਕੀ ਫਤਿਹ ਦੇ ਜਾਮਨ ਹਨ। ਇਹ ਸਿੱਖੀ ਦੀ ਨੀਂਹ ਵਿੱਚ ਲੁਪਤ ਹਨ। ਸਮਾਂ ਆ ਗਿਆ ਤੇ ਗੁਰੂ ਤੇਗ ਬਹਾਦਰ ਨੇ ਇਹਨਾਂ ਨੂੰ ਪ੍ਰਗਟ ਕਰ ਦਿੱਤਾ। ਇਸ ਤਰ੍ਹਾਂ ਹੀ ਪ੍ਰੋਫੈਸਰ ਗੁਰਬਚਨ ਸਿੰਘ ਤਾਲਬ ਨੇ ਆਪਣਾ ਜਿਹੜਾ ਇੱਕ ਲੇਖ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕਿਤਾਬ ਦੇ ਵਿੱਚ ਲਿਖਿਆ, ਉਹਦੇ ਵਿੱਚ ਤਾਲਬ ਸਾਹਿਬ ਵੀ ਇਹੀ ਦਲੀਲ ਦਿੰਦੇ ਆ ਕਿ ਇਹ ਸਭੇ ਸ਼ਲੋਕ ਜਾਂ ਘੱਟੋ ਘੱਟ ਇਹਨਾਂ ਦਾ ਅੰਤਲਾ ਭਾਗ ਸਤਿਗੁਰਾਂ ਦੀ ਆਤਮਾ ਤੋਂ ਔਰੰਗਜ਼ੇਬ ਦੇ ਬੰਦੀ ਖਾਨੇ ਦੇ ਕਾਲ ਵਿੱਚ ਪ੍ਰਗਟ ਹੋਇਆ। ਡਾਕਟਰ ਤਾਰਨ ਸਿੰਘ, ਪ੍ਰੋਫੈਸਰ ਤਾਲਬ ਤੇ ਪ੍ਰਿੰਸੀਪਲ ਸਤਵੀਰ ਸਿੰਘ ਆਦਿ ਦੀਆਂ ਧਾਰਨਾਵਾਂ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕਾਂ ਦੀ ਇਤਿਹਾਸਕ ਪੜ੍ਹਤ ਦੇ ਵਿੱਚ ਉਪਜੀਆਂ ਨੇ, ਜਿਹਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਸੀ। ਤੇ ਇਹਨਾਂ ਧਾਰਨਾਵਾਂ ਦਾ ਗੁਰਬਾਣੀ ਸਿਧਾਂਤ ਅਤੇ ਗੁਰਬਾਣੀ ਦੀ ਬਣਤਰ ਦੇ ਮੁਤਾਬਕ ਮੁਲਾਂਕਣ ਕਰਨ ਦੀ ਲੋੜ ਹੈ, ਕਿਉਂਕਿ ਜਦੋਂ ਅਸੀਂ ਗੁਰੂ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤਾਂ ਅਕੈਡਮਿਕਸ ਦੇ ਵਿੱਚ ਯੂਨੀਵਰਸਿਟੀਆਂ ਦਾ ਇਹ ਵੀ ਰੋਲ ਬਣ ਜਾਂਦਾ ਕਿ ਜਿਹੜਾ ਅੱਜ ਤੋਂ ਪਹਿਲਾਂ ਕੰਮ ਹੋਇਆ ਅਸੀਂ ਉਸ ਕੰਮ ਦੀ ਨਜ਼ਰਸਾਨੀ ਕਰਕੇ ਕੁਝ ਨਵੇਂ ਪਾਸੇ ਵੱਲ ਨੂੰ ਵੀ ਤੁਰੀਏ। ਤੇ ਇਸ ਪੱਖੋਂ ਘੱਟੋ ਘੱਟ ਤੁਹਾਨੂੰ ਪਤਾ ਨਹੀਂ ਕਿੰਨਾ ਫਾਇਦਾ ਹੋਏਗਾ, ਮੈਨੂੰ ਪਰਸਨਲੀ ਇਹ ਫਾਇਦਾ ਹੋਇਆ ਕਿ ਮੈਂ ਇਸ ਵਰਕਸ਼ਾਪ ਦੇ ਹਵਾਲੇ ਦੇ ਨਾਲ ਇਹ ਜਿਹੜਾ ਲਿਟਰੇਚਰ ਹੈ ਇਹਦੇ ਵਿੱਚੋਂ ਲੰਘ ਸਕਿਆ ਹਾਂ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਜਿਹਦੇ ਵਰਤਾਨ ਦੇ ਬਾਰੇ ਆਪਾਂ ਪਹਿਲਾਂ ਗੱਲ ਕੀਤੀ ਹੈ, ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿੱਦਾਂ ਦੀ ਗੁਰੂ ਮਹਾਰਾਜ ਦੀ ਸ਼ਹਾਦਤ ਹੈ ਜਾਂ ਜਿਸ ਸਮੇਂ ਸ਼ਹਾਦਤ ਹੋਈ, ਜਿਸ ਕਰਕੇ ਸ਼ਹਾਦਤ ਹੋਈ, ਤਾਂ ਜਿਸ ਸ਼ਾਨ ਦੇ ਨਾਲ ਗੁਰੂ ਮਹਾਰਾਜ ਨੇ ਸ਼ਹਾਦਤ ਦਿੱਤੀ ਹੈ, ਤੇ ਦੁਨੀਆ ਭਰ ਦੀਆਂ ਜਿਹੜੀਆਂ ਸ਼ਹਾਦਤਾਂ ਦੇ ਨਾਲੋਂ ਇੱਕ ਵਿਲੱਖਣ ਕਿਸਮ ਦੀ ਜਿਹੜੀ ਸ਼ਹਾਦਤ ਹੈ ਇਹਦਾ ਪ੍ਰਸੰਗ ਸਾਡੇ ਸਾਹਮਣੇ ਆਉਂਦਾ ਹੈ। ਤੇ ਸ਼ਹਾਦਤ ਦੇ ਇਸ ਉੱਤਮ ਪੜਾਅ ਵਿੱਚ ਬਰਾਗ ਜਾਂ ਨਿਰਾਸ਼ਾ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਜਦੋਂ ਟੀਕਾਕਾਰੀ ਇੱਦਾਂ ਦੀ ਹੋ ਗਈ ਤੇ ਵਿਆਖਿਆਕਾਰਾਂ ਨੇ ਇੱਦਾਂ ਦੀ ਗੱਲ ਲੱਭਣੀ ਸ਼ੁਰੂ ਕਰਤੀ ਕਿ ਕੁਝ ਸ਼ਲੋਕਾਂ ਦੇ ਵਿੱਚ ਕੁਝ ਨਿਰਾਸ਼ ਕਿਸਮ ਦੇ ਭਾਵ ਪ੍ਰਗਟ ਹੋਏ। ਤੇ ਫਿਰ ਕਲਗੀਧਰ ਮਹਾਰਾਜ ਨੇ ਆਨੰਦਪੁਰੋਂ ਗੁਰੂ ਮਹਾਰਾਜ ਨੂੰ ਇੱਕ ਸ਼ਲੋਕ ਲਿਖ ਕੇ ਭੇਜਿਆ ਤੇ ਗੁਰਬਾਣੀ ਦੇ ਵਿੱਚ 10ਵੇਂ ਪਾਤਸ਼ਾਹ ਦਾ ਸ਼ਲੋਕ ਦੇ ਤੌਰ ਤੇ ਇਹਨੂੰ ਦਰਜ ਹੈ। ਇਹ ਹੁਣ ਜਦੋਂ ਅਸੀਂ ਬਾਣੀ ਦੇ, ਮੈਂ ਕਿਹਾ ਬਣਤਰ ਦੇ ਮੁਤਾਬਕ ਜਿੰਨੀ ਬਾਣੀ ਚੜ੍ਹੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਬਾਣੀਕਾਰਾਂ ਦਾ ਨਾਂ ਭਾਵੇਂ ਮਹੱਲੇ ਦੇ ਤੌਰ ਤੇ ਆਇਆ ਹੋਵੇ ਜਾਂ ਬਾਣੀ ਭਗਤੋਂ ਕੀ ਜਾਂ ਭਗਤ ਜੀ ਕੀ ਭਗਤ ਦਾ ਨਾਂ ਲੈ ਕੇ ਬਾਣੀਕਾਰ ਦਾ ਨਾਂ ਚੜ੍ਹਾਇਆ ਗਿਆ ਬਕਾਇਦਾ। ਤੇ ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਸ਼ਲੋਕ ਹੁੰਦਾ, ਇਹਦੇ ਬਾਰੇ ਲੋਕਾਂ ਨੇ ਹੋਰ ਨੇ ਵੀ ਆਪਣੀਆਂ ਟਿੱਪਣੀਆਂ ਕੀਤੀਆਂ ਨੇ, ਤਾਂ ਲਾਜ਼ਮੀ ਹੈ ਤੇ ਇਹਦੇ ਬਾਰੇ ਬਕਾਇਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣਾ ਜ਼ਿਕਰ ਕਰਦੇ। ਸੋ ਇਸ ਮਕਸਦ ਦੇ ਲਈ ਸਭ ਤੋਂ ਪਹਿਲਾਂ ਡਾਕਟਰ ਤਾਰਨ ਸਿੰਘ ਵੱਲੋਂ ਗੁਰਬਾਣੀ ਨਾਲ ਵਿਲੱਖਣ ਨਿਆਰੇ ਦੱਸੇ ਆਪਾਂ 4 ਜਿਹੜੇ ਮੰਤਕੀ ਸ਼ਲੋਕ ਜਿਹੜੇ ਉਹਨਾਂ ਨੇ ਕਿਹਾ, ਉਹ ਕਹਿੰਦੇ ਇੱਕ ਸ਼ਲੋਕ 16ਵਾਂ, 51, 53ਵਾਂ ਤੇ 54ਵਾਂ, ਇਹਨਾਂ ਦੀ ਟੀਕਾਕਾਰੀ ਤੇ ਨਜ਼ਰ ਵੀ ਮਾਰੀ ਜਾ ਸਕਦੀ ਹੈ। ਤੇ ਜਿਹੜਾ 16ਵਾਂ ਸ਼ਲੋਕ ਹੈ ਉਹ ਕਹਿੰਦਾ ਕਿ ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਵਖਾਨ। ਹੁਣ ਜਿਹੜਾ ਇਹ ਸ਼ਬਦ ਹੈ ਇਹਦੀ ਫਰੀਦਕੋਟੀ ਟੀਕੇ ਨੇ ਵੀ ਉਸੇ ਤਰੀਕੇ ਦੇ ਨਾਲ ਵਿਆਖਿਆ ਕੀਤੀ ਹੈ, ਪਰੰਤੂ ਜਦੋਂ ਅਸੀਂ ਗੁਰਬਾਣੀ ਦੇ ਨਾਲ ਇਹਦੀ ਸੰਬੰਧ ਜੋੜ ਕੇ ਦੇਖਾਂਗੇ, ਗੁਰਬਾਣੀ ਦੇ ਸਟਰਕਚਰ ਦੇ ਵਿੱਚ ਦੇਖਾਂਗੇ, ਤਾਂ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਸਾਨੂੰ ਮੂਲ ਸਿਧਾਂਤ ਦਿੱਤਾ ਹੈ, ਜਿਸ ਨੂੰ ਅਸੀਂ ਮੂਲ ਮੰਤਰ ਕਹਿੰਦੇ ਹਾਂ, ਉੱਥੋਂ ਹੀ ਗੱਲ ਸਪਸ਼ਟ ਹੋ ਜਾਂਦੀ ਹੈ। ਗੁਰੂ ਮਹਾਰਾਜ ਨੇ ਜਦੋਂ ਕਹਿ ਕੇ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਜਿਹੜਾ ਇੱਥੇ ਨਿਰਭਉ ਤੇ ਨਿਰਵੈਰ ਦਾ ਸੰਕਲਪ ਹੈ, ਜਿਹੜਾ ਕਿ ਗੁਰੂ
ਨਾਨਕ ਸਾਹਿਬ ਨੇ ਇਸ ਤੋਂ ਪਹਿਲਾਂ ਹੀ ਦੇ ਦਿੱਤਾ ਸੀਗਾ। ਤੇ ਇਸ ਕਰਕੇ ਜਦੋਂ ਤੁਸੀਂ ਭੈ ਦੀ ਗੱਲ ਕਰਦੇ ਹੋ, ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਇਸ ਹਰ ਕਿਸਮ ਦਾ ਜਿਹੜਾ ਭੈ, ਖਾਸ ਕਰਕੇ ਜਿਹੜਾ ਮੌਤ ਦਾ ਭੈ ਆ, ਉਹਨੂੰ ਦੂਰ ਕੀਤਾ। ਇਹਦੇ ਆਪਾਂ ਰੈਫਰੈਂਸ ਅੱਗੇ ਜਾ ਕੇ ਵੀ ਗੱਲ ਕਰਾਂਗੇ। ਫਿਰ ਅਗਲਾ ਜਿਹੜਾ ਸ਼ਲੋਕ ਜਿਹੜਾ ਤਾਰਨ ਸਿੰਘ ਜੀ ਨੇ ਸ਼ਲੋਕ 51 ਜਿਹੜਾ ਨੋਟ ਕੀਤਾ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੇ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਹੁਣ ਜਿਹੜੀ ਸਥਿਰਤਾ ਦਾ ਸੰਸਾਰ ਦਾ ਜਿਹੜਾ ਅਸਥਿਰ ਹੋਣ ਦੇ ਬਾਰੇ ਜਿਹੜੀ ਗੱਲ ਕਹੀ ਗਈ ਹੈ, ਇਹ ਕੁਐਸਚਨ ਇਕੱਲਾ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਨਹੀਂ ਆਇਆ, ਉਸ ਤੋਂ ਜਿਹੜੇ ਪਹਿਲੇ ਬਾਣੀਕਾਰ ਨੇ, ਚਾਹੇ ਤੁਸੀਂ ਭਗਤ ਕਬੀਰ ਜੀ ਦੀ ਵੀ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ। ਕਬੀਰ ਜੀ ਆਪਣੀ ਬਾਣੀ ਦੇ ਵਿੱਚ ਕਹਿੰਦਾ ਕਿ ਬੰਦੇ ਖੋਜ ਦਿਲ ਹਰ ਰੋਜ਼, ਫਿਰ ਪਰੇਸ਼ਾਨੀ ਨਾਹੇ, ਇਹ ਦੁਨੀਆ ਸਹਿਰ ਮੇਲਾ ਦਸਤਗੀਰੀ ਨਾਹੇ। ਸਹਿਰ ਮੇਲਾ ਮੀਨ ਜਿਵੇਂ ਜਾਦੂਗਰ ਦਾ ਤਮਾਸ਼ਾ ਹੁੰਦਾ ਕਿ ਅਸੀਂ ਇਸ ਦੁਨੀਆ ਨੂੰ ਪਕੜ ਕੇ ਨਹੀਂ ਰੱਖ ਸਕਦੇ ਜਾਂ ਇਹ ਸਾਡੀ ਪਕੜ ਦੇ ਵਿੱਚ ਨਹੀਂ ਆ ਸਕਦੀ। ਜਿਵੇਂ ਇਸ ਸ਼ਲੋਕ ਦਾ ਜਿਹੜਾ ਭਾਵ ਹੈ ਮੈਂ ਕਬੀਰ ਜੀ ਦੀ ਬਾਣੀ ਦੇ ਵਿੱਚ ਹਵਾਲਾ ਦੇ ਕੇ ਦੱਸਿਆ, ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੇ ਵਿੱਚੋਂ ਵੀ ਅਸੀਂ ਇੱਦਾਂ ਦੇ ਹਵਾਲੇ ਲੈ ਸਕਦੇ ਹਾਂ। ਅਤੇ ਜਿਹੜਾ ਇੰਪੋਰਟੈਂਟ ਹੈ ਕਿ ਜਿਹੜਾ 53ਵਾਂ ਸ਼ਲੋਕ ਦੋਹਰੇ ਦੇ ਰੂਪ ਦੇ ਵਿੱਚ ਆਇਆ ਕਿ ਵਲ ਛੁਟਿਓ ਬੰਧਨ ਪਰੇ, ਕੁਛ ਨਾ ਹੋ ਤੋ ਪਾਏ, ਕਹੋ ਨਾਨਕ ਅਬ ਓਟ ਹਾਰ, ਗਜ ਜਿਉਂ ਹੋਏ ਸਹਾਏ। ਇਸ ਲੈਕਚਰ ਦਾ ਦੂਸਰਾ ਹਿੱਸਾ ਅਸੀਂ ਕੁਝ ਦਿਨਾਂ ਦੇ ਵਿੱਚ ਹੀ ਅਪਲੋਡ ਕਰਾਂਗੇ। ਇਸੇ ਚੈਨਲ ਦੇ ਨਾਲ ਤੁਸੀਂ ਜੁੜੇ ਰਹਿਣਾ। ਪਹਿਲੇ ਭਾਗ ਨੂੰ ਤੁਸੀਂ ਧਿਆਨ ਦੇ ਨਾਲ ਸੁਣਿਆ, ਤੁਹਾਡਾ ਸਭ ਦਾ ਧੰਨਵਾਦ। ਉਮੀਦ ਕਰਦੇ ਹਾਂ ਕਿ ਤੁਸੀਂ ਇਸ ਦਾ ਦੂਸਰਾ ਹਿੱਸਾ ਵੀ ਇਸੇ ਸੰਜੀਦਗੀ ਦੇ ਨਾਲ ਸੁਣੋਗੇ। ਧੰਨਵਾਦ ਜੀ।